ਅਖਰੀ ਗਿਆਨ, ਰੂਹਾਨੀ ਗਿਆਨ, ਅਨੁਭਵੀ ਗਿਆਨ ਨੂੰ ਵੇਖਦੇ ਹਾਂ, ਉੱਥੇ ਸਤਿਗੁਰੂ ਸੱਚੇ ਪਿਤਾ ਜੀ ਸਾਨੂੰ ਬਹੁਤ ਦਾਤਾਂ ਬਖਸ਼ਦੇ ਨੇ। ਨਾਲ ਹੀ ਕੁਝ ਸ਼ਬਦ ਸਤਿਗੁਰੂ ਜੀ ਨੇ ਕਿਸੇ ਨੂੰ ਸੰਬੋਧਨ ਕਰਕੇ ਸਮੁੱਚੀ ਮਾਨਵਤਾ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤੇ ਨੇ। ਭਾਵ ਕਿ ਕਈ ਸ਼ਬਦਾਂ ਦੀ ਉਥਾਨਕਾ ਪਿੱਛੇ ਕੁਝ ਸਾਖੀਆਂ ਘਟਨਾਵਾਂ ਜੁੜੀਆਂ ਨੇ। ਵੈਸੇ ਵਿਦਵਾਨ ਮੰਨਦੇ ਆ ਕਿ ਜੇ ਬਾਣੀ ਨੂੰ ਵੇਖੀਏ ਤੇ ਵੱਖ-ਵੱਖ ਸੰਦਰਭਾਂ ਵਿੱਚ ਬਾਣੀ ਉਚਾਰਨ ਹੋਈ। ਜਿਵੇਂ ਕਿਸੇ ਦੇ ਨਾਲ ਗੋਸ਼ਟੀ ਕਰਨ ਵੇਲੇ ਵੀ ਇਹ ਬਾਣੀ ਉਚਾਰਨ ਹੋਈ, ਜਾਂ ਜਦੋਂ ਖੁਦ ਸਤਿਗੁਰੂ ਜੀ ਸੁਰਤ ਲਾ ਕੇ ਅਗਮੀ ਉਸ ਪ੍ਰਮਾਤਮਾ 'ਚ ਲੀਨ ਹੁੰਦੇ ਰਹੇ ਤੇ ਉੱਥੇ ਵੀ ਸਤਿਗੁਰੂ ਪਿਤਾ ਜੀ ਬਾਣੀ ਉਚਾਰਦੇ ਰਹੇ। ਭਾਵ ਕਿ ਜਿੱਥੇ ਦੂਜਾ ਕੋਈ ਨਹੀਂ ਸੀ, ਪਹਿਲੇ ਨੂੰ ਸੰਬੋਧਨ ਕਰਕੇ ਬਾਣੀ ਉਚਾਰੀ ਆ। ਜਿਵੇਂ ਸੱਜਣ ਦੀ ਕਤਲਗਾਹ 'ਚ ਜਾ ਕੇ ਸਤਿਗੁਰੂ ਸ਼ਬਦ ਉਚਾਰਦੇ ਆ, ਜਿਵੇਂ ਅੱਜ ਦਾ ਸ਼ਬਦ ਦੀਪਾਲਪੁਰ ਦੀ ਧਰਤੀ ਤੇ ਕਿਸੇ ਸੰਬੋਧਨ 'ਚ ਉਚਾਰਿਆ ਗਿਆ। ਕੁਝ ਸ਼ਬਦ ਜਿੱਥੇ ਕੇਵਲ ਸਤਿਗੁਰੂ ਤੇ ਸਤਿਗੁਰੂ ਪਿਤਾ ਜੀਆਂ ਦੇ ਸੁਰਤ ਜਦੋਂ ਪ੍ਰਮਾਤਮਾ 'ਚ ਲੀਨ ਹੋਣੀ, ਉਹ ਸ਼ਬਦ ਬੜੇ ਇਹੋ ਜਿਹੇ ਸ਼ਬਦ ਨੇ। ਮੈਂ ਬਣ ਜਾਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ। ਇੱਥੇ ਕੇਵਲ ਗੁਰੂ ਸਾਹਿਬ ਤੇ ਪ੍ਰਮਾਤਮਾ ਦੀ ਗੱਲ ਹੋ ਰਹੀ ਆ। ਜਾਂ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ। ਕੁਝ ਸ਼ਬਦ ਸਤਿਗੁਰੂ ਜੀ ਨੇ ਬਾਣੀ 'ਚ ਇਹੋ ਜਿਹੇ ਉਚਾਰੇ ਜੋ ਘਰੇਲੂ ਗੱਲਾਂ ਹੋਈਆਂ ਤੇ ਜਾਂ ਸਤਿਗੁਰਾਂ ਤੇ ਬਖਸ਼ਿਸ਼ਾਂ ਹੋਈਆਂ। ਜਿਵੇਂ ਗੁਰੂ ਅਰਜਨ ਦੇ ਪਿਤਾ ਜੀ ਦੀ ਬਾਣੀ ਪੜ੍ਹੋ, ਉਹਨਾਂ ਦੇ ਉੱਤੇ ਅਤਿਆਚਾਰ ਹੁੰਦੇ ਮਾਰ ਜੋ ਬਾਣੀ 'ਚ ਉਚਾਰ ਗਏ ਕਿ ਸਾਡੇ ਤੇ ਬੜੇ ਮਲਖਈਏ ਚੜ੍ਹ ਕੇ ਆਏ, ਆਪਣੇ ਭਰਾ ਨੇ ਵਿਰੋਧ ਕੀਤਾ, ਪਰ ਸੱਚ ਇਹ ਵੇ ਸਾਨੂੰ ਵਾਹਿਗੁਰੂ ਜੀ ਨੇ ਹੱਥ ਦੇ ਕੇ ਰੱਖਿਆ। ਤੇ ਜਦੋਂ ਮੇਰੇ ਪੁੱਤਰ ਦੇ ਉੱਤੇ ਵੀ ਇਹਨਾਂ ਨੇ ਲੱਖਾਂ ਤਸ਼ੱਦਦ ਕਰਕੇ ਉਹਨਾਂ ਨੂੰ ਮਾਰਨਾ ਚਾਹਿਆ ਤੇ ਉਹਦੇ ਤੇ ਵੀ ਬਖਸ਼ਿਸ਼ ਮੇਰੇ ਵਾਹਿਗੁਰੂ ਨੇ ਕੀਤੀ। ਸ਼ੁਕਰਾਨੇ 'ਚੋਂ ਵੀ ਗੁਰੂ ਕੀ ਬਾਣੀ ਉਚਾਰਨ ਹੋਈ। ਇਸੇ ਤਰ੍ਹਾਂ ਭਗਤਾਂ ਦੀ ਬਾਣੀ ਆ, ਉਹ ਵੀ ਜਦੋਂ ਪ੍ਰਮਾਤਮਾ 'ਚ ਲੀਨ ਹੋਏ, ਕਈ ਸ਼ਬਦ ਉਹਨਾਂ ਨੇ ਪ੍ਰਮਾਤਮਾ ਦੇ ਪ੍ਰੇਮ 'ਚ ਉਚਾਰੇ, ਕਈ ਸ਼ਬਦ ਕਿਸੇ ਦੇ ਭਲੇ ਲਈ ਉਚਾਰੇ ਤੇ ਕਈ ਸ਼ਬਦ ਘਰੇਲੂ ਜਦੋਂ ਵਿਵਾਦ ਉੱਠੇ ਤੇ ਉਹ ਵੀ ਉਚਾਰ ਕੇ ਬਾਬਾ ਕਬੀਰ ਜੀ ਵਰਗੇ ਕਹਿੰਦੇ ਨੇ, ਸੱਚ ਐਵੇਂ ਮੇਰੇ ਮਾਤਾ ਜੀ ਮੇਰੇ ਨਾਲ ਲੜ ਕੇ ਕਹਿੰਦੇ ਆ ਕਿ ਹੁਣ ਤੂੰ ਰੱਬ ਰੱਬ ਹੀ ਕਰਦਾ, ਘਰ ਦਾ ਕੰਮ ਕਿਉਂ ਨਹੀਂ ਕਰਦਾ, ਜਬ ਕਿ ਮਾਲਾ ਲਈ ਲਿਪੋਤੇ ਤਬ ਤੇ ਸੁਖ ਨਾ ਪਇਓ। ਇਹੋ ਜਿਹੀਆਂ ਇਹ ਸਾਰੀਆਂ ਜਿਹੜੀਆਂ ਬਾਤਾਂ ਨੇ ਸਤਿਗੁਰੂ ਬਾਣੀ 'ਚ ਉਚਾਰਦੇ। ਹੁਣ ਜੋ ਅੱਜ ਦਾ ਸ਼ਬਦ ਇਹਨਾਂ ਦਾ ਤੱਤ ਭਾਵ ਕੀ ਹੈ? ਵੈਸੇ ਤਾਂ ਬਹੁਤ ਵਾਰ ਸ਼ਬਦ ਦੀ ਵਿਚਾਰ ਹੋਈ, ਪਰ ਗੁਰੂ ਸਾਹਿਬ ਜੇ ਤਰਸ ਕਰੇ ਨਾ, ਅਸੀਂ ਹਰ ਰੋਜ਼ ਜਪਜੀ ਸਾਹਿਬ ਉਹੀ ਕਰਦੇ ਹਾਂ, ਸੁਖਮਨੀ ਸਾਹਿਬ ਵੀ ਉਹੀ ਕਰਦੇ ਹਾਂ। ਪਰ ਸੰਗਤ ਜੀ ਸੱਚ ਐਵੇਂ ਜਦੋਂ ਮਹਾਰਾਜ ਕਿਰਪਾ ਕਰਦੇ, ਉਸੇ ਪੌੜੀਆਂ ਵਿੱਚੋਂ ਸਾਨੂੰ ਇੱਕ ਨਵਾਂ ਰਸ ਮਿਲਦਾ ਹਰ ਰੋਜ਼, ਨਵੇਂ ਅਰਥ ਸਮਝ ਆਉਂਦੇ ਆ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਨਾ ਅੱਜ ਜਿੱਥੇ ਅੰਗਾਂ ਦੀ ਗੱਲ ਕੀਤੀ, ਉੱਥੇ ਤਨ ਦੀ ਗੱਲ ਕੀਤੀ, ਜਿੱਥੇ ਤਨ ਦੀ ਗੱਲ ਕੀਤੀ ਉੱਥੇ ਮਨ ਦੀ ਗੱਲ ਕੀਤੀ। ਕਿਉਂਕਿ ਇਹ ਤਾਂ ਅਸੀਂ ਸਾਰੇ ਮੰਨਦੇ ਹਾਂ ਕਿ ਸਾਡਾ ਸਰੀਰ 5 ਤੱਤਾਂ ਤੋਂ ਬਣਿਆ ਹੈ, ਪਰ ਮੁਸਲਮਾਨ ਵੀਰ 4 ਤੱਤ ਮੰਨਦੇ ਆ। ਸਤਿਗੁਰੂ ਪਿਤਾ ਜੀ ਕਹਿੰਦੇ ਕੇਵਲ 5 ਤੱਤਾਂ ਤੋਂ ਸਰੀਰ ਨਹੀਂ ਬਣਿਆ, ਇਹਦੇ ਅੰਦਰ ਹੀ 5 ਐਬ ਵਾਹਿਗੁਰੂ ਜੀ ਸੱਚੇ ਪਿਤਾ ਨੇ ਆਪ ਹੀ ਪਾਤੇ ਆ ਕਿ ਇਹਨਾਂ ਨਾਲ ਘੋਲ ਘੁਲੀ ਜਾਈ ਤੇ ਇਹਨਾਂ ਤੋਂ ਫਤਿਹ ਪ੍ਰਾਪਤ ਕਰੀ। ਇਹਨਾਂ ਵਿੱਚ ਹੀ 5 ਗੁਣ ਪਾਏ। ਰਜੋ ਜਿਹੜਾ ਅਸੀਂ ਵੇਖਦੇ ਹਾਂ, ਖਿਮਾ ਧੀਰਜ ਇਤ ਆਦਿ, ਇਹਦੇ ਵਿੱਚ ਹੀ ਸਤਿਗੁਰੂ ਪਿਤਾ ਜੀ ਨੇ ਅੰਮ੍ਰਿਤ ਪਾਇਆ, ਇਹਦੇ ਵਿੱਚ ਆਪਾ ਟਿਕਾਇਆ। ਹੁਣ ਦਿਸਦਾ ਇਹ ਸਰੀਰ ਹੈ, ਕਿਸੇ ਦਾ 5 ਫੁੱਟਾ, ਕਿਸੇ ਦਾ 6, ਕਿਸੇ ਦੀਆਂ ਅੱਖਾਂ ਬਹੁਤ ਸੋਹਣੀਆਂ, ਕਿਸੇ ਦਾ ਚਿਹਰਾ ਰੱਬ ਨੇ ਬੜਾ ਸੋਹਣਾ ਲਾਇਆ, ਪਰ ਅਸਲ 'ਚ ਇਸ ਦਿਸਦੇ ਸਰੀਰ ਨੂੰ ਚਲਾਉਣ ਵਾਲਾ ਸਾਡਾ ਮਨ ਹੈ। ਤੇ ਮਹਾਰਾਜ ਨੇ ਉਹ ਵੀ ਗੱਲ ਅੱਜ ਬਾਣੀ 'ਚ ਕੀਤੀ। ਸੋ ਖੈਰ ਸਤਿਗੁਰੂ ਪਿਤਾ ਕਿਰਪਾ ਕਰਨ। ਆਰੰਭਕ ਤੁਕਾਂ ਦੇ ਅਸੀਂ ਬਹੁਤ ਵਾਰ ਅਰਥ ਤੇ ਵਿਚਾਰਾਂ ਕੀਤੀਆਂ। ਅੱਜ 5-7 ਮਿੰਟ ਬਾਕੀ ਉਹ ਸਿਰ ਹੌਦੀਆਂ ਤੁਕਾਂ ਤੇ ਥੋੜਾ ਰੁਕਣਾ ਹੈ। ਇੱਥੇ ਹੁਣ ਮਹਾਰਾਜ ਨੇ ਕਿਰਪਾ ਕੀਤੀ। ਧਨਾਸਰੀ ਮਹੱਲਾ ਪਹਿਲਾ। ਜੀਓ ਤਪਤ ਹੈ ਬਾਰੋ ਬਾਰ। ਆਰੰਭ 'ਚ ਮੈਂ ਇਹ ਦੱਸਿਆ ਕਿ ਇਹ ਸ਼ਬਦ ਜਿੱਥੇ ਦੀਪਾਲਪੁਰ ਦੀ ਧਰਤੀ ਤੇ ਇੱਕ ਕੋੜੀ ਦੇ ਪ੍ਰਥਾਏ ਉਚਾਰਿਆ, ਪਰ ਸੱਚ ਐਵੇਂ ਮਹਾਂਪੁਰਖ ਜਿਹੜੇ ਨੇ ਜਾਂ ਗੁਰੂ ਕੀ ਬਾਣੀ ਜਿੰਨੀ ਹੈ, ਇਹ ਪ੍ਰਥਾਏ ਸਾਖੀ ਹੈ, ਸਾਰਿਆਂ ਦੇ ਲਈ ਸਾਂਝਾ ਉਪਦੇਸ਼ ਹੈ। ਸਤਿਗੁਰੂ ਕਹਿੰਦੇ ਜਿੰਦ ਤਪਦੀ ਹੈ ਭਾਈ, ਵਾਰ-ਵਾਰ ਤਪਦੀ ਆ। ਕਦੋਂ? ਜਦੋਂ ਮਹਾਰਾਜ ਸੱਚੇ ਪਿਤਾ ਕਹਿੰਦੇ ਤਪ ਤਪ ਖਪੈ ਬਹੁਤ ਬੇਕਾਰ। ਬੇਕਾਰ ਦੇ ਅਰਥ 2 ਕੀਤੇ ਨੇ ਵਿਦਵਾਨਾਂ ਨੇ। ਇੱਕ ਬੇਕਾਰ ਦੇ ਅਰਥ ਨੇ ਜਿਹੜੇ ਅਸੀਂ ਵਕਾਰ ਭੋਗਦੇ ਆ ਵਾਹਿਗੁਰੂ ਜੀ ਤੋਂ ਟੁੱਟ ਕੇ, ਉਹਨਾਂ ਵਿੱਚ ਡੁੱਬਿਆ ਜਿੰਦ ਖਪਦੀ ਆ। ਜਿੰਦ ਕਰੁੱਝ ਕੇ ਆਪਣੇ ਸਮੇਂ ਨੂੰ ਗੁਜ਼ਾਰਦੀ ਆ।
ਦੂਜੇ ਅਰਥ ਕੀਤੇ ਨੇ ਜਿਵੇਂ ਅਸੀਂ ਕਹਿੰਦੇ ਆ ਬੇਕਾਰ ਜਿਹਾ ਬੰਦਾ ਹੈ, ਕਿਸੇ ਕੰਮ ਜੋਗਾ ਨਹੀਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਆਤਮਾ ਪਾਪਾਂ 'ਚ ਬਕਾਰਾਂ 'ਚ ਡੁੱਬੀ ਰਵੇ, ਸੰਸਾਰੀ ਝਮੇਲਿਆਂ 'ਚ ਡੁੱਬੀ ਰਵੇ, ਸੱਚ ਇਵੇਂ ਜਿੱਥੇ ਆਤਮਿਕ ਜ਼ਿੰਦਗੀ ਸਰੀਰਕ ਜ਼ਿੰਦਗੀ ਤੇ ਮਾਰੇ ਪਾਤਸ਼ਾਹ ਜੀ ਕਹਿੰਦੇ ਰੱਬ ਤੋਂ ਟੁੱਟ ਕੇ ਦੁਖੀ ਬਤੀਤ ਹੁੰਦੀ ਹੈ, ਤਪਤ 'ਚ ਬਤੀਤ ਹੁੰਦੀ ਹੈ, ਉੱਥੇ ਉਹ ਜ਼ਿੰਦਗੀ ਬੇਕਾਰ ਚਲੀ ਜਾਂਦੀ ਹੈ, ਕਿਸੇ ਅਰਥ ਨਹੀਂ ਰਹਿ ਜਾਂਦੀ। ਹੁਣ ਉਹਦਾ ਕਾਰਨ ਇਹ ਦੱਸਿਆ, ਜੈ ਤਨ ਬਾਣੀ ਵਿਸਰ ਜਾਏ। ਵੇਖੋ ਅਸੀਂ ਨਾ ਕਈ ਵਾਰੀ ਇਹ ਸੁਣਦੇ ਹਾਂ, ਤੁਸੀਂ ਕਿਸੇ ਨੂੰ ਕਹੋ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਕਹਿੰਦੇ ਅਸੀਂ ਦਿਖਾਵਾ ਨਹੀਂ ਕਰਦੇ, ਮਨ 'ਚ ਜਪ ਲਈਦਾ। ਪਰ ਬਾਣੀ 'ਚ ਨਾ ਬਹੁਤ ਥਾਵਾਂ ਤੇ ਤਨ ਨੂੰ ਸੰਬੋਧਨ ਕਰਕੇ ਬਾਣੀ ਉਚਾਰਨ ਹੋਈ ਹੈ। ਮਹਾਰਾਜ ਸੱਚੇ ਪਿਤਾ ਕਹਿੰਦੇ ਠੀਕ ਹੈ, ਕਿਸੇ ਦਾ ਦਿਲ ਰੱਖਣ ਲਈ ਜਾਂ ਆਪਣਾ ਦਿਲ ਰੱਖਣ ਲਈ ਤੂੰ ਇਹ ਗੱਲ ਤੇ ਕਹਿ ਦੇਣਾ ਮਨ 'ਚ ਜਪਣਾ ਚਾਹੀਦਾ, ਪਰ ਸਤਿਗੁਰੂ ਪਿਤਾ ਜੀ ਨੇ ਤਨ ਨਾਲ ਜਪਣ ਨੂੰ ਵੀ ਕਿਹਾ। ਜਿੱਥੇ ਤੂੰ ਮਨ ਨਾਲ ਜਪਦਾ ਉੱਥੇ ਕਿਸੇ ਦੇ ਕੰਨੀ ਤਨ ਨਾਲ ਜਪ ਕੇ ਵੀ ਬਾਣੀ ਪਾ। ਮੇਰੇ ਸਤਿਗੁਰੂ ਜੀ ਨੇ ਅੱਜ ਇੱਥੇ ਸੰਗਤ ਜੀ ਤਨ ਸ਼ਬਦ ਜਿਹੜਾ ਵਰਤਿਆ ਨਾ, ਉਹਦੇ ਨੰਨੇ ਨੂੰ ਸਿਹਾਰੀ ਪਾਈ ਆ। ਇਹਦਾ ਭਾਵ ਹੈ ਜਿਹੜੇ ਤਨ ਕਰਕੇ ਬਾਣੀ ਨੂੰ ਵਿਸਾਰ ਦਿੰਦੇ ਆ। ਹੁਣ ਦੇਖੋ ਇੱਥੇ ਬਾਣੀ ਨੂੰ ਵਿਸਾਰਿਆ ਤਨ ਕਰਕੇ, ਫਿਰ ਹੋਇਆ ਕਿ ਜਿਉਂ ਪੱਕਾ ਰੋਗੀ ਵਿਲ ਲਾਏ। ਸਤਿਗੁਰੂ ਕਹਿੰਦੇ ਫਿਰ ਪੱਕੇ ਰੋਗੀ ਵਾਂਗ। ਵੇਖੋ ਪੱਕੇ ਰੋਗੀ ਦੇ ਇੱਕ ਨਵੇਂ ਅਰਥ ਪਿਛਲੇ ਦਿਨ ਪੜ੍ਹਨ ਨੂੰ ਮਿਲੇ। ਇੱਕ ਤਾਂ ਚਲੋ ਇਹਦੇ ਅਰਥ ਕੋੜੀ ਬੰਦੇ ਨਾਲ ਕੀਤੇ ਜਾਂਦੇ, ਤੇ ਸਤਿਗੁਰੂ ਕਹਿੰਦੇ ਪੱਕਾ ਰੋਗੀ ਵਿਲ ਲਾਏ ਦੇ ਅਰਥ ਪਤਾ ਕੀ ਆ? ਮੰਨ ਲਓ ਕਿਸੇ ਬੰਦੇ ਨੂੰ ਕੋਈ ਬਿਮਾਰੀ ਲੱਗੀ ਆ ਤੇ ਡਾਕਟਰ ਨੇ ਕਿਹਾ ਹੁਣ ਜਦੋਂ ਤੱਕ ਜੀਣਾ ਤੈਨੂੰ ਇਹ ਰੋਜ਼ ਟੈਬਲੇਟ ਲੈਣੇ ਪੈਣੀ ਆ, ਤੇ ਜੇ ਕਈਆਂ ਨੂੰ ਨਿਰਲੇ ਕਾਰਜ ਦੱਸਦੇ ਉਹਨਾਂ ਨੂੰ ਲੈਣੇ ਪੈਣੀ। ਹੁਣ ਮਹਾਰਾਜ ਕਹਿੰਦੇ ਉਹਦੀ ਜ਼ਿੰਦਗੀ ਪੱਕੇ ਰੋਗੀ ਵਰਗੀ ਹੈ, ਦਵਾਈਆਂ ਤੋਂ ਬਿਨਾਂ ਤੁਰ ਨਹੀਂ ਸਕਦਾ ਉਹ। ਸੱਚ ਹੈ ਦੁਨੀਆ ਦੇ ਲੋਗੋ, ਜਦੋਂ ਜਵਾਨ ਸਾਂ ਹੋਸ਼ 'ਚ ਸਾਂ, ਮਨ ਭਾਉਂਦੇ ਅੰਦਰ ਸੱਚ ਇਵੇਂ ਅਸੀਂ ਫਾਸਟ ਫੂਡ ਜੋ ਆਇਆ ਉਹ ਚਰੀ ਗਏ, ਫਿਰ ਉਸੇ ਖਾਣੇ ਨੇ ਬਿਮਾਰੀਆਂ ਲਾਈਆਂ। ਹੁਣ ਦਵਾਈਆਂ ਤੋਂ ਬਿਨਾਂ ਜ਼ਿੰਦਗੀ ਕਿਸੇ ਪਾਸੇ ਜੋਗੀ ਨਹੀਂ ਰਹੀ, ਭਾਵੇਂ ਕਿ ਪੱਕੇ ਰੋਗੀ ਹੋ ਗਏ, ਪੱਕੀਆਂ ਦਵਾਈਆਂ BP ਦੀਆਂ ਲੱਗ ਗਈਆਂ, ਕਿਸੇ ਨੂੰ ਕਿਸੇ ਦੀਆਂ ਲੱਗੀਆਂ। ਸਤਿਗੁਰੂ ਕਹਿੰਦੇ ਕਾਰਨ ਕੀ ਹੈ? ਕਾਰਨ ਇੱਕੋ ਹੀ ਹੈ, ਜੈ ਤਨ ਬਾਣੀ ਵਿਸਰ ਜਾਏ। ਕਮਾਲ ਦੀ ਗੱਲ ਇੱਕ ਹੋਰ ਵੇਖੋ, ਬੰਦਾ ਜਿੰਨੇ ਸ਼ਿੱਦਤ ਦੇ ਨਾਲ ਅੱਜ ਸਰੀਰ ਨੂੰ ਸੰਭਾਲ ਰਿਹਾ, ਭਾਵੇਂ ਦਵਾਈਆਂ ਨਾਲ, ਭਾਵੇਂ ਕਸਰਤ ਨਾਲ, ਭਾਵੇਂ ਖਾਣ ਪੀਣ ਦੇ ਪਰਹੇਜ਼ ਨਾਲ, ਕਾਸ਼ ਕਿਤੇ ਇੰਨਾ ਮਨ ਨੂੰ ਸਾਂਭਿਆ ਹੁੰਦਾ ਤੇ ਤਨ ਤੇ ਰੋਗ ਲਾਗੇ ਹੀ ਨਾ ਆਉਂਦੇ। ਵੇਖੋ ਬਾਣੀ ਨੇ ਨਹੀਂ ਕਿਹਾ ਤਨ ਨੂੰ ਨਾ ਸਾਂਭੋ, ਤਨ ਦੀ ਵਰਜਿਸ਼ ਨਾ ਕਰੋ, ਤਨ ਨੂੰ ਮਾੜਾ ਖਾਣ ਤੋਂ ਬਚਾਓ, ਬਿਲਕੁਲ ਕਿਹਾ। ਪਰ ਸਤਿਗੁਰੂ ਕਹਿੰਦੇ ਕਈ ਵਾਰੀ ਵੱਡੇ ਵੱਡੇ ਜੋਗੀ ਕੰਧ ਮੂਲ ਖਾ ਕੇ ਵੀ ਮਨ ਕਰਕੇ ਵਕਾਰੀ ਰਹਿ ਗਏ। ਸੱਚ ਇਵੇਂ ਜਿੱਥੇ ਤਨ ਨੂੰ ਸ਼ਿੰਗਾਰਨਾ, ਤਨ ਨੂੰ ਵਰਜਿਸ਼ ਦੀ ਲੋੜ ਹੈ, ਉੱਥੇ ਸਤਿਗੁਰੂ ਕਹਿੰਦੇ ਮਨ ਨੂੰ ਬਾਣੀ ਦਾ ਗਿਆਨ ਦੇ। ਜਿਹੜੇ ਬਾਣੀ ਵਾਲੇ ਪਾਸੇ ਹੁੰਦੇ ਆ ਫਿਰ ਉਹ ਪੱਕੇ ਰੋਗੀ ਨਹੀਂ ਬਣਦੇ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ ਕਿ ਖਸਮ ਵਿਸਾਰ ਕੀ ਰਸ ਭੋਗ ਤਾ ਤਨ ਉੱਠ ਖਲੋਏ ਰੋਗ। ਇਹ ਮੁੱਢ ਦੱਸਿਆ ਮੇਰੇ ਸਤਿਗੁਰੂ ਨੇ। ਅੱਗੇ ਹੈ ਸੰਗਤ ਜੀ, ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਸਤਿਗੁਰੂ ਕਹਿੰਦੇ ਭਾਵੇਂ ਗੁਰੂ ਘਰ ਹੋਵੇ, ਜਿਵੇਂ ਜਿਵੇਂ ਕਿਸੇ ਨੂੰ ਆਪਣੇ ਧਰਮਾਂ 'ਚ ਉਹਨਾਂ ਦੇ ਧਾਰਮਿਕ ਸਥਾਨ ਨੇ, ਚਾਹੇ ਅਸੀਂ ਆਪਣੇ ਘਰਾਂ 'ਚ ਚਾਹੇ ਕਿਤੇ ਵੀ, ਕਿਉਂਕਿ ਵਾਹਿਗੁਰੂ ਜੀ ਹਰ ਥਾਂ ਹਾਜ਼ਰ ਨਾਜ਼ਰ ਨੇ ਨਾ। ਕਈ ਵਾਰੀ ਅਸੀਂ ਗੱਡੀ ਦੇ ਸਟੀਅਰਿੰਗ ਤੇ ਬਹਿ ਕੇ ਵੀ ਕੋਈ ਉਹੋ ਜਿਹੀ ਘਟਨਾ ਵਾਪਰੇ, ਇੱਕਦਮ ਰੱਬ ਨੂੰ ਯਾਦ ਕਰਦੇ ਆ। ਸਤਿਗੁਰੂ ਕਹਿੰਦੇ ਬਸ ਇੱਕ ਗੱਲ ਯਾਦ ਰੱਖੀਏ, ਜਦੋਂ ਵੀ ਵਾਹਿਗੁਰੂ ਜੀ ਅੱਗੇ ਅਸੀਂ ਕੁਝ ਮੰਗਣ ਲੱਗੇ ਹਾਂ ਜਾਂ ਅਰਦਾਸ ਕਰਨ ਲੱਗੇ ਹਾਂ, ਸਾਡੇ ਕਰਮ ਮੰਦੇ ਚੰਗੇ ਹਮੇਸ਼ਾ ਸਾਡੇ ਨਾਲ ਖਲੋਤੇ ਹੁੰਦੇ ਆ, ਸਾਨੂੰ ਨਹੀਂ ਦਿਸਦੇ, ਪਰ ਜਿਸ ਅੱਗੇ ਰਜੋਈ ਕਰਨ ਲੱਗੇ ਹਾਂ ਉਹਨੂੰ ਦਿਸਦੇ ਨੇ। ਤਾਂ ਕਰਕੇ ਸਤਿਗੁਰੂ ਕਹਿੰਦੇ ਜੇ ਬਹੁਤਾ ਉੱਚੀ ਉੱਚੀ ਰੋ ਕੇ ਆਪਣੇ ਰੱਬ ਨੂੰ ਤੁਸੀਂ ਇਹ ਕਹੋ ਕਿ ਮੇਰੇ ਨਾਲ ਇੱਦਾਂ ਕਿਉਂ ਇੱਦਾਂ, ਗੁਰੂ ਜੀ ਕਹਿੰਦੇ ਝੱਖਾਂ ਮਾਰਨੀਆਂ ਨੇ, ਇਸ ਤੋਂ ਵੱਧ ਕੁਝ ਨਹੀਂ, ਕਿਉਂਕਿ ਉਹ ਸਾਡੇ ਕਰਮ ਕਰਤੂਤ ਨੂੰ ਜਾਣਦਾ। ਫਿਰ ਇਕੱਲੇ ਇਸ ਜਨਮ ਨੂੰ ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਦੇ ਕਰਮ ਨਾਲ ਚੁੱਕੀ ਫਿਰਦੇ ਆ। ਤਾਂ ਕਰਕੇ ਸੰਗਤ ਜੀ ਜੀਵਨ ਨੂੰ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਇੰਨਾ ਸੋਹਣਾ ਘੜੋ, ਜੀਵਨ ਦਾ ਇਖਲਾਕ ਇੰਨਾ ਉੱਚਾ ਰੱਖੋ, ਜੀਵਨ ਨੂੰ ਉਸ ਮਾਰਗ ਤੇ ਤੋਰੋ ਕਿ ਤੁਹਾਡਾ ਜੀਵਨ ਹੀ ਅਰਦਾਸ ਬਣ ਜੇ, ਤੁਹਾਨੂੰ ਬਹੁਤੇ ਤਰਲੇ ਮਾਰਨ ਦੀ ਲੋੜ ਨਾ ਪਵੇ। ਦੇਖੋ ਇਹ ਹੈ ਗੁਰੂ ਸਾਹਿਬ ਪਿਤਾ ਜੀ ਕਹਿੰਦੇ ਸਾਡਾ ਜੀਵਨ ਹੀ ਸਾਡੀ ਅਰਦਾਸ ਹੋਵੇ, ਸਾਡਾ ਦਸਤਾਰ ਗੁਫਤਾਰ ਰਫਤਾਰ ਸੱਚ ਇਵੇਂ ਇਹੀ ਸਾਡਾ ਕਰਮ ਸੁੱਚਾ ਬਣ ਜੇ। ਨਹੀਂ ਤਾਂ ਫਿਰ ਬਿਨ ਬੋਲੇ ਜਾਣੈ ਸਭ ਸੋਏ।
मेरे सतगुरु कहते भाई वो तो मैनू बोले सब कुछ जानता। इस करके इन्हां नूं थोड़ा जा देखिए आपां कि रहाओ जिन कन कीते अखी नाक जिन जेबा दित्ती बोले तात। असल च ना गल्लां कह के असीं सौखियां ही लंघ जाने ना, पर यह है बड़ियां कीमती ने कि वाहिगुरु जी ने सानू कन दिते। गुरु सानू क्यों लोड़ पई गिनाण दी ना, कई बारी इकल्ले शरीर की गल करके निकल जाते, कई बारी एक एक गल गिना जाते। हुण इत्थे वेखो एक तुक च महाराज सच्चे पिता ने 3 गल्लां कहियां, कन अखी ते नाक। गुरु साहब कहंदे वेख कन दे अपने गुण ने, नासका दा अपना गुण है, अखां दा अपना गुण है। सच इवे जे तैनू सब कुछ मिलिया, सब कुछ मिल के देने वाले का शुक्र नहीं करता, तेरे तो वड्डा मेरे सतगुरु कहते धरती ते अगर टकाण कोई नहीं। तो जे असीं कहिए लो जी तो सारिਆਂ ਨੂੰ मिले तो मैं ही क्यों रब रब करा। फिर सतगुरु पिता कहते जिन्हां नूं परमात्मा ने अखां दित्तियां पर वेखण वाली जोत नहीं दित्ती, उन्हां नूं पुੱਛ इहदी किन्नी कीमत है। जिन्हां नूं वाहिगुरु जी ने नासका दित्ती पर सुगंधी लैण तो वांझे ने, पुੱਛ इन्हां नूं इन्हां दी की कीमत है। जिन्हां नूं वाहिगुरु जी ने कन दिते सुन सकते आ पर पता ही नहीं लगता अगला बंदा कह की रहा, पुੱਛ इन्हां नूं इहदी कीमत की आ। सतगुरु कहंदे जिन जिहबा दित्ती बोले तात। तात दा भाव वेखो हुण असीं बोल रहे हां ਜਾਂ सारा आन प्रधान की है, जब लग दुनिया रही है नानक किच सुनी है किच कही है। ये जेबा तो बिना कुछ नहीं संगत जी, बंदे कोल जेबा हुंदी आ पर कई बारी बंदा गूंगा हुंदा है, इशारियां नाल समझाउंदा है, उहनूं पुੱਛ के वेखो इहदी कीमत की है। सानू सब कुछ सुते सिद्ध मिलिया, इस करके बेकदरी करती। मेरे सतगुरु कहंदे भाई गुरदास दा वैसे ना एक सवैया है, कहते अखां जिन्नी शिद्दत नाल संसार वेखदियां ने इन्नी शिद्दत नाल गुरु की बाणी दी पोथी नहीं वेखदियां। कन जिन्नी शिद्दत नाल दुनिया दे गंदन वैन सुनते आ उन्नी शिद्दत नाल गुरु का कीर्तन कथा नहीं सुनते। सच है मेरे पातशाह कहते ये नासका जिन्नी शिद्दत दे नाल दुनिया की सुगंधी नूं माणदे आ, गुरु नानक दे घर की संगत की चरण धूड़ की सुगंधी नूं नहीं माणदे। जेबा पूरी रात जदों दे जम्मिया बोलण ते लगी आ कदे नहीं थकदी, पर इनू कहो बाणी पढ़ते इनू आलस पैना शुरू हो जाता है। 2 कष्टपदियां बोल के पढ़ांगे चुप हो जाएंगे नाल ही, क्यों? क्योंकि स्वाद नहीं ना हैगा साडे अंदर, स्वाद होर ने बाणी का स्वाद होर है, वो मेल नहीं बहता। पातशाह जी कहते इन्हां नूं थोड़ा जा आपां जदों वाहिगुरु कोले दातां लईए तो जरूर वाहिगुरु जी का शुकराना करिए। बहुत संखेप असी चल रहे हैं, समा समाप्त है। जिन मन राखिया अग्नि पाए, वेखो इत्थे मन के नन्ने नूं औंकड़ लगी है, इहदे अर्थ ने अग्नि भाव माता की कुख की अगन, उहदे विच साडा जिहड़ा वजूद तैयार होया भाव आत्मा जिहड़ा सी, गुरु जी कहंदे परमात्मा का शुक्र कर, उस अग दे विच वाहिगुरु ने तेरा वजूद तैयार कीता। वाजै पवन, पवन के अर्थ ने श्वास साडे, वाजै का भाव जिहड़े वजदे आ भाव जिन्हां नाल असीं बोलदे आ। आखै सब जाए, जाए का भाव थां, हर थां ते साडे श्वास भी चाहिए आ, अंग पैर भी चाहिए आ, ते वड्डी गल है जो जिहबा दित्ती उन्हां विच अखर बोल भी चाहिए। सब कुछ देण वाला वाहिगुरु जी है। अगे फिर महाराज ने ना हुण थोड़ा जिहा ये सानूं समझाया कि जे सब कुछ लैके कुछ ना कीता, केवल इन्हां इंद्रियावी रसां 'च ही डुबे रहे, तो फिर ये गल जरूर चेते रखिए। फरीदा ए विस गंदला धरियां खंड लिवाड़, एक राहां दे रह गए एक राधी गए उजाड़। फरीदा बाबा फरीद जी कहते देख फरीदा जो थिया दाड़ी होई विस, साई बाजो अपने वेदन कही है किस। देख फरीदा जे थिया दाड़ी होई भूर, अगों नेड़ा आया पिछा रहे दूर। ये सारी फिर खेड वरत जाती ना। हुण महाराज कहते जेता मोह प्रीत स्वाद, 3 गल्लां ने, मोह प्रीत ते स्वाद। गुरु साहब कहते तेरे जीवन के समय ने डिसाइड करना है, क्योंकि तू अपना भोग लिया समा 60-80 साल जिन्ने मिले, किहड़े स्वाद माने, किन्ना प्रीतां च रहा, ते किहड़े मोह तू अपनी जिंदगी के अंदर लैके आया। हुण होया कि ते जे तेरी जिंदगी च प्रीत मोह ते स्वाद केवल दुनिया के तन तक सीमित रहे, फिर सबा कालख दागा दाग, फिर तेरी जिंदगी का एक एक दिन, एक एक रात, एक एक घड़ी, एक एक पल इवें है जिवें तू अपनी आत्मा ते लखां ही दाग ला लिया। तैनूं ये तैनूं नहीं दिस रहे, पर वाहिगुरु जी कहते विधान है परमात्मा का।
सतगुरु कहते हुण श्वास निकल गए, बंदा सड़ बल गया, आत्मा शरीर कारण शरीर सूक्ष्म शरीर अगे चलिया, ਉਹਦੇ ਲਈ ਫਰਮਾਨ ਜੀ ਕਹਿੰਦੇ ਦਾਗ ਦੋਸ ਮੋਹ ਚੱਲਿਆ ਲਾਏ। शरीर ते सच एवे दाग लगे मन रोज धो लैंदा है। परमार जी कहते आत्मा दे दागी बंदे संसार दे हुंदे दाग नाल भरे ही चले जाते हैं, कदे धोण दा जतन नहीं करते। फिर अगे महाराज ने लिखिया जदों असीं मन आत्मा करके दागी गए ना वाहिगुरू जी दे घर, ते संगत जी तर गए बैसन नाही जाए। गुरु साहब कहते रब ने सानू अपने घर बहन नूं थां ना दित्ती, बैसन का भावे बहन नूं ना ही जाए भाव थां नहीं दित्ती। हुणे किड्डी वड्डी गल है, तुसीं किसी दे घर जाओ वधिया तैयार श्यार होके जाओ, बड़ी भावना नाल जाओ कि रात गुजारनी, अगला बंदा बूहे चों मोड़दे साडे नाल बनेगा कि असीं इन्ने भावना नाल आए, इन्नी दूरों आए, तेरे कोल तेरे प्यार च आए ते तू सानू घर नहीं वाड़ रहा। वो कहता हाँ मैं तैनूं अपने घर नहीं वारना क्योंकि तेरा इखलाक बहुत माड़ा है, तेरे मेरे घर बहन दे नाल मेरे बच्चों ते मेरे परिवार ते तेरा बुरा असर पऊगा। गुरु साहब कहते 80 90 100 साल धरती ते भोग के गया, मन भौंदी जिंदगी भोग के गया। सच एवे जिन्नियां मन आईयां कीतियां गया, एक गल याद रखी, इहो जी जिंदगी लैके रब कोल गया, रब ने भी घर नहीं वाड़ना। गुरु जी की बाणी कह रही दरगाह वैसे ना ही जाए, रब की दरगाह च फिर कोई ढोई नहीं। अगे है संगत ये चौथा ते अखीरला पता, गुरु जी की ना यही बड़मना है। महाराज जी कहते पूरा शरीर डुब गया होवे, सारी जिंदगी डुब गई होवे, तां भी ना तरस है ना दुनिया दे अंदर तानों किसी बाबे विच इन्ना तरस नहीं मिलना जिन्ना गुरु नानक दे विच कितों नहीं मिलना। मिंट च शराब दे देंदे दुनिया के बाबे, मिंट च तुसीं कोई सुखना सो के भुल जाओ, वेखो जी सानू ये भुल गया कहर वापर गए। मैं कहना पता नहीं किन्ने क पाठ सुख सो के लोग भुले, कदे बाबे ने कुछ गया, सानू तरस बड़ा साडे बाबे च, ये छेती किते गुस्से च आउंदा ही नहीं। हुण भी वेखो महाराज कहते कोई गल नहीं, 70 80 साल तेरे डुब गए दुनिया की ऐशो इशरत च, तू 2-4 दिन ही गुरु घर आना शुरू कर दे, 2-4 श्वास ही गुरु नूं अर्पण कर दे, फिर कर्म मिलै। इत्थे कर्म के अक्षर ने तेरी बख्शिश वाहिगुरू जी, आखण तेरा नाम, तू किरपा करें तो किसी नूं तेरा नाम आखण नूं मिल जाए। देखो किड्डा वड्डा तरस ना, साडे मुख तो वाहिगुरू जी साडे भले लई वाहिगुरू कढा रहे हैं, बाणी का पाठ करा रहे हैं। फिर जित लग तरना, महाराज कहते इहो एक थां है जिहदे नाल लग के तरिया जांदा है, होर नहीं थाओ होर कोई थां नहीं, तेरा एक नाम तारे संसार। मैं इहा आस इहा आधार, जे को डूबै वेखो सारी उम्र साडी डुब गई भाई। महाराज कहते की होया फिर होवे सार, तू गुरु कोल आ जा, गुरु तेनू फिर भी तेरी सार लऊगा, तेनू श्रेष्ठ बनाऊगा, तेनू उत्तम बनाऊगा। नानक साचा सर्ब दातार, क्योंकि उस वाहिगुरू जी नूं गुरु नानक जी नूं सच्चा दाता कहते हैं। ते सच्चे दाते विच गुण ही इहो है कि वह औगण लै लैंदा है, गुण जिंदगी च परो दिंदा है। सो गुरु किरपा करे संगत जी, पाप पुन हमरे वस नाहे, रसक रसक नानक गुण गाहे, लेखे कतै न छूटिया खिन खिन भूलनहार, बख्शनहार बख्श लै नानक पार उतार। सतगुरु चंगिया मंदिया वाहिगुरू जी तोड़िया अपने इस जीवन चो आप ही नितनेम दी दात, श्वासां नाल वाहिगुरू जी दी दात, ते वड्डी गल पातशाह अपने भै दी दात सानू बख्शो। प्रभ जियो खसमाना कर प्यारे, बुरे भले हम थारे। वाहिगुरू जी का खालसा, वाहिगुरू जी की फतेह। सतनाम।